ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਨਵਾਂ ਚੈਪਟਰ ਸ਼ੁਰੂ ਕੀਤਾ ਹੈ, ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ। ਉਹਦੇ ਵਿੱਚ ਇੱਕ ਥਿਊਰਮ ਆ ਰਹੀ ਹੈਗੀ। ਥਿਊਰਮ ਬਹੁਤ ਇੰਪੋਰਟੈਂਟ ਹੈ ਜੀ। ਇਹ ਲਾਸਟ ਈਅਰ ਵੀ ਪੇਪਰ 'ਚ ਆਈ ਸੀ ਤੇ ਪਹਿਲਾਂ ਵੀ ਪੇਪਰਾਂ 'ਚ ਬਹੁਤ ਵਾਰੀ ਆ ਚੁੱਕੀ ਹੈ। ਇਹ ਸਟੇਟਮੈਂਟ ਹੈ ਕੀ ਹੈ, find the necessary and sufficient condition that the differential equation mdx plus ndy equal to 0 may be exact। ਆਪਾਂ necessary ਤੇ sufficient condition find ਕਰਨੀ ਹੈ ਕਿ ਇਹ differential equation exact ਹੋਵੇ। ਹੁਣ ਇਹ ਦੋ ਟਰਮਾਂ ਵਿੱਚ ਨਵੀਆਂ ਆ ਰਹੀਆਂ ਨੇ। necessary ਕਹਿੰਦੇ ਆਪਾਂ ਪੰਜਾਬੀ ਵਿੱਚ ਜ਼ਰੂਰੀ, ਜੋ ਜ਼ਰੂਰੀ ਹੋਵੇ। sufficient ਬਹੁਤ, ਜਿਵੇਂ ਆ ਗੱਲ ਕਰੀਏ ਕਿ ਜੇ ਤੁਹਾਡੇ ਕੋਲ ਜੇ ਤੁਸੀਂ ਇਹ ਪੈਨ ਖਰੀਦਣਾ ਹੈਗਾ, ਮੰਨ ਲਓ ਕੋਈ ਪੈਨ ਖਰੀਦਣਾ ਮਾਰਕੀਟ ਚੋਂ, ਤਾਂ 10 ਰੁਪਏ ਸਫੀਸ਼ੀਐਂਟ ਨੇ। ਮਤਲਬ ਜੇ ਕੋਈ ਮਾਰਕੀਟ ਦੀ ਪੈਨ ਖਰੀਦਣਾ ਹੈਗਾ ਤਾਂ 10 ਰੁਪਏ ਸਫੀਸ਼ੀਐਂਟ ਨੇ। ਸਫੀਸ਼ੀਐਂਟ ਮਤਲਬ ਬਹੁਤ ਨੇ, 10 ਰੁਪਏ 'ਚ ਸਮਾਨ ਆ ਜਾਏਗਾ, ਬਹੁਤ ਆ। ਜੇ ਤੁਸੀਂ ਪੈਨ ਖਰੀਦਣਾ ਹੈ, ਨੈਸੈਸਰੀ ਹੈ, ਇਹ ਨੈਸੈਸਰੀ ਹੈ ਕਿ ਤੁਹਾਡੇ ਕੋਲ 5 ਰੁਪਏ ਹੋਣ। ਜੇ ਮੈਂ ਏਦਾਂ ਕਹਾਂ ਕਿ ਤੁਸੀਂ ਪੈਨ ਖਰੀਦਣਾ ਮਾਰਕੀਟ ਚੋਂ, ਇਹ ਨੈਸੈਸਰੀ ਹੈ ਕਿ ਤੁਹਾਡੇ ਕੋਲ 5 ਰੁਪਏ ਹੋਣ ਤਾਂ ਤੁਸੀਂ ਪੈਨ ਖਰੀਦ ਸਕਦੇ ਹੋ, ਤਾਂ ਜ਼ਰੂਰੀ ਹੋ ਗਿਆ। ਇਹ ਜ਼ਰੂਰੀ ਆ ਕਿ ਜੇ 5 ਰੁਪਏ ਹੋਣਗੇ ਤਾਂ ਪੈਨ ਖਰੀਦ ਸਕਦੇ ਹੋ। ਤੇ ਉਰੇ ਕੀ ਕਿਹਾ ਹੈਗਾ, ਜੇ ਪੈਨ ਖਰੀਦਣਾ ਹੈਗਾ ਤਾਂ 10 ਰੁਪਏ ਸਫੀਸ਼ੀਐਂਟ ਨੇ। ਸਫੀਸ਼ੀਐਂਟ ਕਰਨੇ ਬਹੁਤ ਆ, ਮਤਲਬ ਕਿ ਜੇ ਪੈਨ ਖਰੀਦਣਾ 10 ਰੁਪਏ ਬਹੁਤ ਨੇ ਖਰੀਦਣ ਵਾਸਤੇ। ਨੈਸੈਸਰੀ ਹੋ ਗਿਆ, ਜੇ ਆਪਣੇ ਕੋਲ ਪੈਨ ਖਰੀਦਣਾ ਦਾ ਜ਼ਰੂਰੀ ਆ ਕਿ 5 ਰੁਪਏ ਚਾਹੀਦੇ ਨੇ ਤਾਂ ਤੁਸੀਂ ਪੈਨ ਖਰੀਦ ਸਕਦੇ ਹੋ। ਤਾਂ ਨੈਸੈਸਰੀ ਕੀ ਹੋ ਗਿਆ ਆਪਣੇ ਕੋਲ ਜ਼ਰੂਰੀ, ਸਫੀਸ਼ੀਐਂਟ ਕੀ ਆ ਬਹੁਤ। ਤੇਰਾ ਮਤਲਬ ਕੀ ਬਣਿਆ ਸਾਰਾ ਦਾ? ਇਹ ਸਾਰੇ ਨੂੰ ਆਪਾਂ ਸਾਰੀ ਸਟੇਟਮੈਂਟ, ਪਹਿਲਾਂ ਸਟੇਟਮੈਂਟ ਹੀ ਮੇਨ ਸਮਝਣੀ ਹੈ। ਤਾਂ ਸਟੇਟਮੈਂਟ ਦੇਖ ਰਹੇ ਆਪਾਂ। ਇਹ ਸਟੇਟਮੈਂਟ ਦੇ ਦੋ ਹਿੱਸੇ ਕਰ ਲੈਣੇ ਆਪਾਂ, 2 ਪਾਰਟਸ ਸਟੇਟਮੈਂਟ ਡਿਵਾਈਡ ਕਰਾਂਗੇ। 2 ਪਾਰਟਸ ਕਿਵੇਂ? ਪਹਿਲਾਂ ਆਹ ਛੱਡ ਦੋ, ਮਤਲਬ ਆਪਾਂ ਕੀ ਪੜ੍ਹ ਰਹੇ ਹਾਂ, find the necessary condition that the differential equation may be exact। necessary condition ਲੱਭਣੀ ਆਪਾਂ ਕਿ ਐਗਜ਼ੈਕਟ ਹੋਵੇ। ਇਹਦਾ ਮਤਲਬ ਕੀ ਬਣਿਆ ਕਿ ਜੇ ਇਹ ਐਗਜ਼ੈਕਟ ਆ ਤਾਂ ਇੱਥੋਂ ਕਿਹੜੀ ਚੀਜ਼ ਜ਼ਰੂਰ ਆਊਗੀ। ਗੱਲ ਸਮਝਿਆ ਧਿਆਨ। necessary condition that the differential equation may be exact, exact ਦਿੱਤੀ ਹੋਈ ਆ ਆਪਾਂ ਨੂੰ। ਜੇ ਇਹ ਐਗਜ਼ੈਕਟ ਹੈਗੀ ਆ ਤਾਂ ਇੱਥੋਂ ਕੰਡੀਸ਼ਨ ਕਿਹੜੀ ਬਣ ਕੇ ਆਊਗੀ, ਜ਼ਰੂਰੀ ਕੰਡੀਸ਼ਨ ਕਿਹੜੀ ਨਿਕਲੇਗੀ ਇਹਦੇ ਵਿੱਚੋਂ, ਉਹਨੂੰ ਕਹਿੰਦੇ ਹੈਗੇ ਆਪਾਂ ਨੈਸੈਸਰੀ ਕੰਡੀਸ਼ਨ। ਮਤਲਬ ਇੱਥੋਂ ਕਿਹੜੀ ਚੀਜ਼ ਪੱਕਾ ਬਣ ਕੇ ਆਊਗੀ। ਤੇ ਸਫੀਸ਼ੀਐਂਟ ਕੀ ਹੁੰਦਾ ਹੈਗਾ ਉਹ ਬਾਅਦ ਚੋਂ ਪੜਾਂਗੇ ਆਪਾਂ। ਫਿਲਹਾਲ ਨੈਸੈਸਰੀ ਲੱਭਣਾ ਕਿ ਇੱਥੋਂ ਇਹਦੇ ਚੋਂ ਕਿਹੜੀ ਚੀਜ਼ ਬਣ ਕੇ ਆਊਗੀ। ਜੇ ਇਹ ਐਗਜ਼ੈਕਟ ਆ ਤਾਂ ਇੱਥੋਂ ਕਿਹੜੀ ਚੀਜ਼ ਬਣ ਕੇ ਆਊਗੀ, ਉਹ ਲੱਭਣੀ ਹੈ ਆਪਾਂ ਨੇ। ਫਾਈਂਡ ਮਤਲਬ ਲੱਭਣੀ ਹੈ ਕਿ ਆਪਾਂ ਕੰਡੀਸ਼ਨ ਲੱਭਣੀ ਆ ਨੈਸੈਸਰੀ ਕਿ ਇਹਦੇ ਵਿੱਚੋਂ ਕਿ ਇਹ ਐਗਜ਼ੈਕਟ ਗਿਵਨ ਹੋਵੇ, ਇਹਦੇ ਵਿੱਚੋਂ ਕਿਹੜੀ ਚੀਜ਼ ਜ਼ਰੂਰ ਬਣ ਕੇ ਆਊਗੀ। ਉਹ ਆਪਾਂ ਦੇਖਾਂਗੇ ਕੀ ਬਣ ਕੇ ਆਊਗਾ। ਉਹ ਬਣ ਕੇ ਆਊਗਾ ਆਪਣੇ ਕੋਲ ਕਰਲੀ m ਬਾਈ ਕਰਲੀ y ਇਕੁਅਲ ਟੂ ਕਰਲੀ n ਬਾਈ ਕਰਲੀ x। ਇਹ ਚੀਜ਼ ਬਣ ਕੇ ਆਊਗੀ। ਇਹ ਨੈਸੈਸਰੀ ਕੰਡੀਸ਼ਨ ਬਣ ਕੇ ਆਏਗੀ। ਮਤਲਬ ਜੇ ਐਗਜ਼ੈਕਟ ਹੈਗੀ ਆ ਤਾਂ ਪੱਕਾ ਦੋਨੇ ਬਰਾਬਰ ਹੋਣਗੇ। ਇਹ ਉਹੀ ਕੰਮ ਆ ਜਿਹੜੀ ਆਪਾਂ ਲਾਸਟ ਲੈਕਚਰ 'ਚ ਕੀਤਾ ਸੀਗਾ, ਸਟਾਰਟਿੰਗ ਕਰੀ ਸੀ। ਤੁਹਾਨੂੰ ਕਿਹਾ ਸੀ ਜੇ ਬਰਾਬਰ ਹੋਣ ਤਾਂ ਐਗਜ਼ੈਕਟ ਹੋਊਗਾ। ਇਹ ਬਰਾਬਰ ਹੋਣ ਐਗਜ਼ੈਕਟ ਕਿਉਂ ਹੋਊਗਾ, ਸਾਰਾ ਇਹ ਥਿਊਰਮ ਦੇ ਵਿੱਚ ਪ੍ਰੂਫ ਹੋਊਗਾ। ਤੇ ਇਹ ਥਿਊਰਮ ਦੇ ਵਿੱਚ ਕਰਾਂਗੇ ਆਪਾਂ। ਇਹ 'ਚ ਕੁਝ ਕਨਸੈਪਟ ਅਜਿਹੇ ਹੋਣਗੇ ਜੋ ਆਪਾਂ ਨੂੰ ਵੱਡੀ ਕਲਾਸ ਦੇ ਯੂਜ਼ ਹੋ ਰਹੇ ਨੇ ਇਹਦੇ ਵਿੱਚ। ਮਤਲਬ ਆਪਾਂ ਹੁਣ ਨਹੀਂ ਪੜ੍ਹੇ ਹੋਏ, ਨੈਕਸਟ ਈਅਰ ਕਲਾਸ 'ਚ, ਨੈਕਸਟ ਈਅਰ ਜਾਂ ਨੈਕਸਟ ਸਮੈਸਟਰ ਵਿੱਚ ਪੜਾਂਗੇ ਆਪਾਂ। ਤਾਂ ਕੁਝ ਕਨਸੈਪਟ ਆਉਣਗੇ ਜੀ ਉਹ, ਤੇ ਇਹਦੇ 'ਚ ਕੁਝ ਕਨਸੈਪਟ ਸਮਝਣ ਵਾਲੇ ਕਾਫੀ ਆਉਣਗੇ ਇਹਦੇ ਵਿੱਚ। ਇਸ ਕਰਕੇ ਧਿਆਨ ਨਾਲ ਦੇਖਣਾ ਜੀ, ਧਿਆਨ ਨਾਲ ਸਮਝ ਲਿਓ। ਅੱਜ ਦੇ ਲੈਕਚਰ ਵਿੱਚ ਬਸ ਇਹ ਇਕੱਲੀ ਥਿਊਰਮ ਹੀ ਕੰਪਲੀਟ ਹੋ ਗਈ। ਸੋ ਕਰਦੇ ਹਾਂ ਆਪਾਂ, ਕਿਉਂਕਿ ਸਮਝਾਉਣ ਵਾਲਾ ਕੰਮ ਹੈਗਾ। ਥਿਊਰਮ ਹੈਗਾ ਛੋਟੀ ਆ, ਪਰ ਸਮਝਾਉਣ ਦਾ ਥੋੜਾ ਟਾਈਮ ਵੱਧ ਲੱਗੂਗਾ ਇਹਦੇ 'ਚ। ਸੋ ਪ੍ਰੂਫ ਸਟਾਰਟ ਕਰ ਰਹੇ ਹਾਂ ਆਪਾਂ। ਜਿਹੜੀਆਂ ਕੁਝ ਗੱਲਾਂ ਨਵੀਆਂ ਜਾਂ ਹਾਇਰ ਲੈਵਲ ਦੀਆਂ ਕਲਾਸਾਂ, ਹਾਇਰ ਲੈਵਲ ਦਾ ਕੰਸੈਪਟ ਇਹਦੇ ਵਿੱਚ ਯੂਜ਼ ਹੋਊਗਾ, ਉਹ ਤੁਸੀਂ ਧਿਆਨ ਰੱਖਣਾ ਹੈਗਾ, ਉਹ ਯਾਦ ਹੀ ਕਰਨਾ ਪੈਣਾ। ਪਹਿਲਾਂ ਆਪਾਂ ਕਰ ਰਹੇ ਹੈਗੇ ਆ ਨੈਸੈਸਰੀ ਕੰਡੀਸ਼ਨ, ਇਹ ਲੱਭ ਰਹੇ ਹਾਂ।
ਸਫੀਸ਼ੀਐਂਟ ਕੀ ਹੁੰਦੀ ਹੈਗੀ ਉਹ ਬਾਅਦ ਚ ਦੇਖਾਂਗੇ। ਨੈਸੈਸਰੀ ਮਤਲਬ ਕਿ ਜੇ ਇਹ ਚੀਜ਼ ਹੋਵੇ ਤਾਂ ਕਿਹੜੀ ਚੀਜ਼ ਪੱਕਾ ਜ਼ਰੂਰ ਆਊਗੀ, ਕਿਹੜਾ ਰਿਜ਼ਲਟ ਜ਼ਰੂਰ ਆਏਗਾ, ਮਤਲਬ ਕਿਹੜਾ ਰਿਜ਼ਲਟ ਪੱਕਾ ਹੋਊਗਾ ਉਹ ਲੱਭਣਾ ਆਪਾਂ ਨੇ। ਮਤਲਬ ਆਪਾਂ ਨੂੰ ਦਿੱਤਾ ਹੋਇਆ ਹੈਗਾ ਹੇਅਰ mdx and dy equal to 0 is exact, ਇਹ exact ਦਿੱਤੀ ਹੋਈ ਹੈ। ਹੁਣ ਐਗਜ਼ੈਕਟ ਹੁੰਦੀ ਹੀ ਹੈ, ਉਹੀ ਆ ਕਿ ਪੂਰੇ ਕਨਸੈਪਟ ਜੇ ਪਤਾ ਹੋਣਗੇ ਤਾਂ ਪ੍ਰੋਪਰ ਸਮਝ ਆਊਗੀ ਸਾਰੇ। ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਆਪਾਂ ਨੇ ਇਹਦੇ ਜੋ ਚੈਪਟਰ ਸਟਾਰਟ ਕੀਤਾ ਸੀਗਾ, ਸਭ ਤੋਂ ਫਸਟ ਲੈਕਚਰ ਵਿੱਚ ਇਹੀ ਪੜਿਆ ਸੀ ਕਿਸੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਆਪਾਂ ਪ੍ਰੋਪਰ ਮੀਨਿੰਗ ਕੀ ਹੈ ਐਗਜ਼ੈਕਟ ਦਾ। ਐਗਜ਼ੈਕਟ ਦਾ ਮੀਨਿੰਗ ਹੁੰਦਾ ਹੈਗਾ ਜਿਵੇਂ ਆਪਾਂ ਕੀਤਾ ਸੀ x dx plus y dy ਆ। ਇਹ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਆਪਾਂ ਐਗਜ਼ੈਕਟ ਤਾਂ ਕਹਾਂਗੇ ਜੇ ਇਹ ਕਿਸੇ ਇੱਕ ਫੰਕਸ਼ਨ ਦਾ ਡੈਰੀਵੇਟਿਵ ਹੋਊਗਾ। ਇਹ ਹੋਊਗਾ ਜੀ ਇਹ x² plus y² by 2 ਦਾ ਡੈਰੀਵੇਟਿਵ। x² ਦਾ ਹੋਊਗਾ 2x dx, y² ਦਾ ਹੋਊਗਾ 2y dy upon 2 ਕੱਢ ਦੂਗਾ, ਚੀਜ਼ ਬਣ ਜਾਏਗੀ। ਜੇ ਕੋਈ ਡਿਫਰੈਂਸ਼ੀਅਲ ਇਕੁਏਸ਼ਨ ਕਿਸੇ ਇੱਕ ਫੰਕਸ਼ਨ ਦਾ ਡੈਰੀਵੇਟਿਵ ਹੋਵੇ ਜੀ, ਉਹਨੂੰ ਕਿਹਾ ਸੀ ਆਪਾਂ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ। ਤਾਂ therefore ਆਪਾਂ ਕਹਿ ਸਕਦੇ ਹਾਂ mdx plus ndy ਹੈ ਜੋ ਹੈ ਇਹ ਪੱਕਾ ਕਿਸੇ ਇੱਕ ਫੰਕਸ਼ਨ ਦਾ ਡੈਰੀਵੇਟਿਵ ਹੋਊਗਾ। ਇਹ ਫੰਕਸ਼ਨ ਨਹੀਂ ਪਤਾ ਕੀ ਹੋਊਗਾ। ਇਹ ਕਿਉਂ ਨਹੀਂ ਪਤਾ? ਬਿਕੋਜ਼ ਜੇ ਇਹ ਪਤਾ ਹੋਊਗਾ ਤਾਂ ਹੀ ਦੱਸਾਂਗੇ ਕੀ ਬਣੇਗਾ। ਜਿਵੇਂ ਇੱਥੇ ਪਤਾ ਸੀ ਨਾ ਆਪਾਂ ਨੂੰ ਕਿ mx ny ਆ ਤਾਂ ਕੱਢ ਲਿਆ ਆਪਾਂ ਨੇ, ਪਰ ਇਹ ਤਾਂ ਚਲੋ ਇਹ ਨਹੀਂ ਪਤਾ ਕਿ ਡੈਰੀਵੇਟਿਵ ਕਿਹਦਾ ਆਊਗਾ, ਉਹਦੇ ਕੀ ਆਊਗਾ, ਇਹ ਨਹੀਂ ਪਤਾ। ਪਰ ਇਹ ਤਾਂ ਪਤਾ ਕਿ ਡੈਰੀਵੇਟਿਵ ਲਿਖ ਸਕਦੇ, ਕਿਉਂ ਲਿਖ ਸਕਦੇ? ਬਿਕੋਜ਼ ਐਗਜ਼ੈਕਟ ਹੈਗੀ ਹੈ। ਐਗਜ਼ੈਕਟ ਦਾ ਮਤਲਬ ਕੀ ਹੁੰਦਾ ਕਿ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕਿਸੇ ਇੱਕ ਫੰਕਸ਼ਨ ਦਾ ਡੈਰੀਵੇਟਿਵ ਲਿਖ ਸਕਦੇ। ਇਹਨੂੰ ਜਿਸ ਤਰ੍ਹਾਂ ਬ੍ਰੈਕਟ 'ਚ ਪਾਓ ਤਾਂ ਵੀ ਠੀਕ ਆ, ਸਿੱਧਾ ਪਾਓ ਤਾਂ ਵੀ ਠੀਕ ਆ। ਇਹ ਨੰਬਰਿੰਗ 1 ਲੈਣੀ ਆਪਾਂ, ਇਹਨੂੰ ਆਪਾਂ ਨੰਬਰਿੰਗ 1 ਮੰਨ ਲਿਆ। ਵੇਅਰ f is any function, f कोई फंक्शन मान लिया of x y, पूरे x y जो मर्जी आ सकता है। चलो ये फर्स्ट स्टैप हो गया जो ध्यान रखना अपने, ये एग्जैक्ट की आपने डेफिनेशन लाई है। इस तो बाद हम एक फॉर्मूला यूज हो रहा है जो पहला आप नहीं पढ़िया है, जो मैं तुम कहा सीगा नैक्सट सैमेस्टर में आऊगा अपन, वो याद रखना अपने। वो की हुंदा आलसो डेरीवेटिव किवें कर सकते हैं, df डेरीवेटिव ये हुंदा हैगा जी पार्शियल डेरीवेटिव ऑफ फंक्शन विद रिस्पेक्ट टू x इनटू dx। हुण ध्यान रखना पार्शियल डेरीवेटिव कर ली पाना हैगा, जो डेरीवेटिव है टोटल डेरीवेटिव है, सिंपल डेरीवेटिव टोटल डेरीवेटिव डी पाना, ये कर ली है ये डी है, ध्यान रखना, प्लस कर ली f बाय कर ली y डी। ये वैल्यू होंगी है जो अपना अगे नैक्सट सैमेस्टर में आऊगा फॉर्मूला, ये याद रखना पैना। कर लिया कर ली x dx प्लस कर ली f कर ली y dy। ये df की वैल्यू चक के आप नंबरिंग 1 च भरती, therefore 1 becomes 1 बन गया अपने कोल m dx n dy is equals to कर ली f by कर ली x dx कर ली f by कर ली y d। नंबर 1 च वैल्यू भरी आप df की, दोनों पासे कंपेयरिंग करांगे। कंपेयरिंग बोथ साइड, दोनों पासे कंपेयरिंग की तो फिर m की आ गया अपने को कर ली f बाय कर ली x एंड n आ गया कर ली f बाय कर ली y। जो dx के नाल हैगा वो m, जो dy के नाल वो n है, कंपेयरिंग कर ली अपने। देयरफॉर जाए कर लो, ਇਹਦਾ ਕੀਤਾ ਆਪਾਂ ਨੇ ਪਾਰਸ਼ੀਅਲ ਡੈਰੀਵੇਟਿਵ
the differentiate both side partially with respect to y। दोनों पासे पार्शियल डेरिवेटिव किया y नाल, देखो किवें आऊगा हम। ਇਹਦਾ ਆਪਾਂ ਨੇ ਪਾਰਸ਼ਲ ਡੈਰੀਵੇਟਿਵ ਕੀਤਾ y ਨਾਲ, ਧਿਆਨ ਦਿਓ ਦੋਨੇ ਪਾਸੇ ਕਰਨਾ ਜੀ। ਇੱਧਰ ਵੀ ਆਪਾਂ ਪਾਰਸ਼ਲ ਡੈਰੀਵੇਟਿਵ y ਨਾਲ ਕਰਤਾ ਜੀ। ਇਹ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ y ਕੀਤਾ, ਇਹ ਚੀਜ਼ ਤਾਂ ਹੈਗੀ ਸੀਗੀ। ਤਾਂ ਇਹਨੂੰ ਕਿਵੇਂ ਲਿਖਾਂਗੇ ਆਪਾਂ, ਜਿਵੇਂ ਧਿਆਨ ਚ ਹੋਵੇ dy dx dy dx, ਆ डी दो बारी आ गया, ਇਹਨੂੰ ਆਪਾਂ ਲਿਖਦੇ ਹੁੰਦੇ ਆ डी ਸਕੁਅਰ। ਇਹ ਇੱਕੋ ਟਰਮ ਹੁੰਦੀ ਹੈ dx, ਆ ਵੀ dx ਇੱਕੋ ਟਰਮ ਹੈ। ਇੱਕੋ ਟਰਮ ਹੋਣ ਕਰਕੇ ਤਾਂ dx ਦੇ ਉੱਪਰ ਸਕੁਅਰ ਪਾਉਂਦੇ ਆ, ਇਦਾਂ ਲਿਖਦੇ ਹੁੰਦੇ ਆ। ਉਵੇਂ ਇਦਾਂ ਹੋ ਗਿਆ, ਇਹਦੇ ਵਿੱਚ ਇਹ ਬਣੇਗਾ ਕਰਲੀ ਟੂ fy ਕਰਲੀ y ਕਰਲੀ x, ਇਹ ਅਲੱਗ ਆ ਇਹ ਅਲੱਗ ਆ, ਇਹ ਸਕੁਅਰ ਨਹੀਂ ਬਣਨਾ, ਇਹ ਦੋਨੇ ਇਦਾਂ ਹੀ ਪਾਉਣਾ ਕਰਲੀ y ਕਰਲੀ x। ਹੁਣ ਇਹਦਾ ਡੈਰੀਵੇਟਿਵ ਕੀਤਾ ਆਪਾਂ ਵਿਦ ਰਿਸਪੈਕਟ ਟੂ x, ਡਿਫਰੈਂਸ਼ੀਏਟ ਬੋਥ ਸਾਈਡ ਪਾਰਸ਼ਲੀ ਕੀਤਾ ਆਪਾਂ ਨੇ ਵਿਦ ਰਿਸਪੈਕਟ ਟੂ x। ਤਾਂ ਇਹ ਬਣ ਗਿਆ ਆਪਣੇ ਕੋਲ ਕੋਮਾ ਪਾ ਕੇ ਕਰਲੀ n ਬਾਈ ਕਰਲੀ x। ਹੁਣ ਇਹਦਾ ਦੋਨੇ ਪਾਸੇ x ਨਾਲ ਕਰਨਾ ਪਾਰਸ਼ਲ ਡੈਰੀਵੇਟਿਵ, ਇਹ ਬਣ ਗਿਆ ਕਰਲੀ f ਬਾਈ ਕਰਲੀ y। ਹੁਣ ਉਵੇਂ ਇਹ ਕੀ ਬਣ ਗਿਆ ਆਪਣੇ ਕੋਲ ਕਰਲੀ ਟੂ f ਬਾਈ ਕਰਲੀ x ਕਰਲੀ y। ਹੁਣ ਇੱਕ ਹੋਰ ਨਵੀਂ ਗੱਲ ਆਉਣੀ ਹੈ, ਇਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਲੱਗ ਰਿਹਾ। ਇਹ ਡੈਰੀਵੇਟਿਵ ਪਹਿਲਾਂ f ਦਾ y ਨਾਲ ਕੀਤਾ ਪਾਰਸ਼ਲ ਡੈਰੀਵੇਟਿਵ, ਬਾਅਦ ਚੋਂ x ਨਾਲ ਕੀਤਾ। ਇਹ ਪਹਿਲਾਂ x ਨਾਲ ਕੀਤਾ ਆਪਾਂ ਡੈਰੀਵੇਟਿਵ ਪਾਰਸ਼ਲ ਡੈਰੀਵੇਟਿਵ, ਫਿਰ y ਨਾਲ ਕੀਤਾ। ਫਰਕ ਹੈ ਜੀ, ਇਹ ਪਹਿਲਾਂ ਡੈਰੀਵੇਟਿਵ y ਨਾਲ ਕੀਤਾ ਬਾਅਦ ਚੋਂ x ਨਾਲ ਕੀਤਾ, ਇਹ x ਨਾਲ ਕੀਤਾ y ਨਾਲ ਕੀਤਾ। ਫਰਕ ਕੋਈ ਨਹੀਂ ਪੈਣਾ ਓਵਰਆਲ, ਕਿਉਂਕਿ ਓਵਰਆਲ ਇਹ ਵੀ ਇੱਕ ਵਾਰੀ x ਨਾਲ ਹੋ ਰਿਹਾ ਇੱਕ ਵਾਰੀ y ਨਾਲ ਹੋ ਰਿਹਾ, ਇਹ ਵੀ ਡੈਰੀਵੇਟਿਵ ਇੱਕ ਵਾਰੀ x ਨਾਲ ਇੱਕ ਵਾਰੀ y ਨਾਲ ਹੋ ਰਿਹਾ। ਬਸ ਫਰਕ ਕੀ ਹੈ, ਇਹ ਚ ਪਹਿਲਾਂ y ਨਾਲ ਹੋ ਰਿਹਾ ਬਾਅਦ ਵਿੱਚ x ਨਾਲ ਹੋ ਰਿਹਾ, ਇਹ ਚ ਪਹਿਲਾਂ x ਨਾਲ ਹੋ ਰਿਹਾ ਬਾਅਦ ਵਿੱਚ y ਨਾਲ। ਹੋ ਤਾਂ ਓਵਰਆਲ ਰਿਹਾ, ਓਵਰਆਲ ਤਾਂ ਇਹ ਵੀ x y ਨਾਲ ਡੈਰੀਵੇਟਿਵ ਹੋ ਰਿਹਾ, ਇਹ ਵੀ x y ਨਾਲ ਪਾਰਸ਼ਲ ਡੈਰੀਵੇਟਿਵ ਹੋ ਰਿਹਾ ਹੈ। ਇਸ ਕਰਕੇ ਦੋਨੇ ਗੱਲਾਂ ਸੇਮ ਹੁੰਦੀਆਂ ਨੇ। ਆਲਸੋ ਮਤਲਬ ਇਹ ਵੀ ਜਿਹੜਾ ਕਨਸੈਪਟ ਹੈ ਇਹ ਵੀ ਸੈਕੰਡ ਸਮੈਸਟਰ ਵਿੱਚ ਆਊਗਾ ਆਪਾਂ ਨੂੰ। ਸੋ ਫਿਲਹਾਲ ਆਪਾਂ ਲੱਗ ਰਿਹਾ ਦੇਖਣ ਨੂੰ ਕਿ ਇਹ ਵੀ ਡੈਰੀਵੇਟਿਵ ਦੋ ਵਾਰੀ ਕੀਤਾ ਆਪਾਂ ਨੇ x y ਨਾਲ, ਪਾਰਸ਼ਲ ਡੈਰੀਵੇਟਿਵ ਵੀ x y ਨਾਲ ਕੀਤਾ, ਤਾਂ ਬਰਾਬਰ ਹੀ ਹੋਣਗੇ। ਆਲਸੋ ਇਹ ਬਰਾਬਰ ਨੇ, ਦੇਅਰਫੋਰ ਇਹ ਦੋਨੇ ਆਪਸ ਚ ਬਰਾਬਰ ਨੇ, ਤਾਂ ਆ ਵੀ ਦੋਨੇ ਕੀ ਹੋਣਗੇ ਫਿਰ ਆਪਸ ਚ ਇਕੁਅਲ ਹੋਣਗੇ। ਦੇਅਰਫੋਰ ਕਰਲੀ m ਬਾਈ ਕਰਲੀ y ਇਕੁਅਲ ਟੂ ਕਰਲੀ n ਬਾਈ ਕਰਲੀ x। ਤਾਂ ਕੀ ਸੀਗਾ, ਸਟਾਰਟਿੰਗ ਤੋਂ ਆ ਰਹੇ ਨੇ ਆਪਾਂ ਨੂੰ ਗਿਵਨ ਕੀ ਸੀਗਾ ਕਿ m dx plus n dy ਐਗਜ਼ੈਕਟ ਆ, ਤੇ ਉਹਨੇ ਪੁੱਛਿਆ ਸੀਗਾ ਕਿ ਇੱਥੋਂ ਆਪਣੀ ਜ਼ਰੂਰੀ ਨੈਸੈਸਰੀ ਕੰਡੀਸ਼ਨ ਕੀ ਬਣੇਗੀ, ਇਹ ਫਾਈਂਡ ਕਰਨ ਵਾਸਤੇ ਗਿਆ ਸੀ। ਤਾਂ ਇੱਥੋਂ ਨੈਸੈਸਰੀ ਕੰਡੀਸ਼ਨ ਕੀ ਆ ਗਈ ਆਪਣੀ, ਆ ਗਈ। ਇਹ ਪਹਿਲਾ ਪਾਰਟ ਹੋ ਗਿਆ, ਫਿਰ ਉਹਦਾ ਫਸਟ ਪਾਰਟ ਹੋ ਗਿਆ ਕਿ ਇੱਥੋਂ ਆਪਣੀ ਨੈਸੈਸਰੀ ਕੰਡੀਸ਼ਨ ਆ ਗਈ ਤਾਂ ਇੱਥੇ ਸਿਰਫ ਰੋਕ ਦਾਂਗੇ ਆਪਾਂ ਕਿ ਆਪਣਾ ਇਹ ਰਿਜ਼ਲਟ ਆ ਗਿਆ। ਉਹਨੇ ਪੁੱਛਿਆ ਸੀਗਾ ਕਿ ਜੇ ਇਹ ਐਗਜ਼ੈਕਟ ਆ ਇੱਥੋਂ ਜ਼ਰੂਰੀ ਕੰਡੀਸ਼ਨ ਕੀ ਆਊਗੀ, ਜ਼ਰੂਰੀ ਕੰਡੀਸ਼ਨ ਆ ਬਣੇਗੀ ਕਿ ਜੇ ਐਗਜ਼ੈਕਟ ਆ ਤਾਂ ਆ ਪੱਕਾ ਆਪਸ ਚ ਬਰਾਬਰ ਹੋਣਗੇ। ਇਹ ਫਸਟ ਪਾਰਟ ਹੋ ਗਿਆ। ਹੁਣ ਕਰਨਾ ਆਪਾਂ ਨੇ ਸਫੀਸ਼ੀਐਂਟ ਕੰਡੀਸ਼ਨ, ਉਹ ਥੋੜਾ ਜਿਹਾ ਪਾਰਟ ਦੇਖਣ ਵਾਲਾ ਜੀ, ਧਿਆਨ ਰੱਖਿਓ ਚੀਜ਼ਾਂ ਬੜੀ ਇੰਪੋਰਟੈਂਟ ਹੈ ਜੀ। ਇੱਕ ਵਾਰੀ ਮੈਂ ਪਹਿਲਾਂ ਸਟੇਟਮੈਂਟ ਲਿਖਣਾ ਸਾਰੀ, ਫਿਰ ਦੁਬਾਰਾ ਫਿਰ ਸ਼ੁਰੂ ਕਰਾਂਗੇ ਆਪਾਂ। ਜੋ ਸਟੇਟਮੈਂਟ ਸੀਗੀ ਉਹ ਮੈਂ ਲਿਖ ਰਿਹਾ ਜੀ, find the sufficient condition that the differential equation
एम डी एक्स एंड डी वाई इक्वल टू 0 मे बी एक्सैक्ट। पहला वर्ड सीगा नसैसरी, हो गया। वो नसैसरी वर्ड कटता, ये पढ़ने का मीनिंग की है। ਆਪਾਂ ने ਲੱਭਣੀ हैगी आ सफिशेंट कंडीशन। सफिशेंट की है जरूरी, मतलब कि बहुत है, मतलब इनू एग्जैक्ट करने वास्ते किहड़ी कंडीशन बहुत आ। पहला लिया सीगा पेन खरीदने वास्ते 10 रुपए बहुत ने, ये सफिशेंट ने, ₹10 ये सफिशेंट ने। इसका की मतलब बनया कि पेन खरीदने वास्ते 10 रुपए बहुत ने, मतलब पेन खरीदने वास्ते की सफिशेंट है 10 रुपए। पेन खरीदने वास्ते की सफिशेंट है तो 10 रुपए सफिशेंट नहीं। इसका मतलब की बन गया, जे 10 रुपए होणगे तां आपां पेन खरीद सकते हैं। समझियो ध्यान नाल, क्योंकि ये हजे क्योंकि नसैसरी तो सफिशेंट वाला पार्ट जो है ये फस्ट ईयर के विच नहीं ज़्यादा यूज होना है, सैकेंड ईयर च होर ज़्यादा आऊगा जी, तो फाइनल में तो बहुत यूज होगा कंसैप्ट नसैसरी सफिशेंट वाला। मतलब पेन खरीदने वास्ते सफिशेंट कंडीशन की है, पेन खरीदने वास्ते सफिशेंट यही है कि 10 रुपए ने तो बहुत है पेन खरीदना। इसका मतलब की बनया, जे 10 रुपए होणगे तो पेन आप खरीद सकते हैं। इसका मतलब ये बनया, तो आप लभना है कि सफिशेंट कंडीशन डिफरेंशिएशन वास्ते की होगी। मान लो मैं कह देना कि सफिशेंट कंडीशन जो हैगी आ वो करली एम बाय करली वाई करली एन बाय करली एक्स, मतलब वैसे ही कह रहे हैं अपने को, ये वैसे ही कहता कि सफिशेंट कंडीशन की आ कि यह डिफरेंशियल इक्वेशन एग्जैक्ट हो गया, वो आ कहता। इसका मतलब की आ, जे यह बराबर हो गया तो पक्का एग्जैक्ट हो गया। पेन खरीदने वास्ते सफिशेंट कंडीशन की सी 10 रुपए सी, मतलब जे 10 रुपए होणगे तो पेन आप खरीद सकते हैं। जे आप कहीए कि ये वास्ते ये डिफरेंशियल इक्वेशन एग्जैक्ट आ, ये वास्ते सफिशेंट कंडीशन की होगी। जे कहता कि आह कंडीशन आ, तेरा मीनिंग की बन गया कि जे ये बराबर होणगे तो ये डिफरेंशियल इक्वेशन पक्का की होगी एग्जैक्ट होगी। मतलब ये काम उल्टा हो गया। हुण यह मान के इक्वल इनू आपां एग्जैक्ट शो करना नसैसरी की सीगा, नसैसरी कंडीशन दे विच पहला इनू एग्जैक्ट मान के किता आपां, हुण इनू एग्जैक्ट मान के इक्वल शो किते ने। सफिशेंट पुट्ठा हो गया, पुट्ठा किवें हो गया, हुण यह इक्वल मान के इनू एग्जैक्ट शो करना। जे यह इक्वल मान के ये एग्जैक्ट शो करता आपने तो मतलब की बन गया कि इनू एग्जैक्ट करने वास्ते ये बहुत है बस, मतलब यह सफिशेंट कंडीशन बन जाएगी। जो ध्यान दो फिर तो अगे शुरू कर रहे हैं आप आगे सफिशेंट कंडीशन। ध्यान जो आ पार्ट किया आपने ये स्टेटमेंट लिखी है दोबारा समझाने वास्ते, जिथे आप नसैसरी पार्ट खत्म किया है उस तो बाद इतने शुरू होगा। ये स्टेटमेंट दोबारा लिखी है समझाने वास्ते। हम देखो ध्यान दिता भी है आप जब आप इतने की ली कंडीशन टेक कर लिया करली एम बाय करली वाई इज इक्वल टू करली एन बाय करली एक्स। हुण ये मान के आप शो करना कि एग्जैक्ट होगी, यह मान के आप एग्जैक्ट शो करना, मतलब एम डी एक्स एन डी वाई इक्वल टू 0 इनू आप एग्जैक्ट करना। हुण एग्जैक्ट की होगी, कदों होगी, कोई डिफरेंशियल इक्वेशन एग्जैक्ट तां होगी जे ये किसी भी फंक्शन का डेरीवेटिव हो, किसी भी फंक्शन का जो डेरीवेटिव हो तो आप एग्जैक्ट कह सकते हैं। ये प्रूव करना आप इस केस ये ध्यान देइए जो काफी कंसैप्ट आएंगे जी। ये कलैक्ट की टर्म ये लग जी पता जी वाई एम डी एक्स, ये वाई कॉन्स्टेंट, वाई कॉन्स्टेंट मान के एम डी एक्स आ इनू आपने एफ लेट कर लिया सपोज की, मतलब यह इंटीग्रेशन जो हैगी आ वाई नू कॉन्स्टेंट मान के इंटीग्रेशन करा जो आंसर आऊगा उन्होंने एफ मान लिया। अपने पिछे करते आ रहे हैं आप जिमें एक्स स्क्वेयर प्लस वाई स्क्वेयर डी एक्स आ, इनू वाई नू जे आप कॉन्स्टेंट मनांगे इंटीग्रेशन करांगे तो ये एक्स क्यूब बाय 3 आऊगा, जिमें आपने न्यूमेरिकल च किया जी ये आऊगा।
ये इंटीग्रेशन करने तो बाद जो भी आऊगा आंसर उन्होंने आप एफ माने जो आंसर आया है। हम अगे स्टैप ध्यान नाल देखियो जी। देयरफॉर आपां की कीता फिर डिफरेंशिएट, तो थोड़ा जिहा मोटे कंसैप्ट समझ लो कि मोटा कंसैप्ट की है कि ਇਹਦੇ ਵਿੱਚ ਅਤੇ ਇਹਦੇ ਵਿੱਚ फर्क की है। ਇਹਦੇ ਵਿੱਚ ਅਤੇ ਇਹਦੇ ਵਿੱਚ फर्क की है, ਇਹਦਾ पता होगा। ये हैगा टोटल डेरीवेटिव, मतलब जो आप एक्स डेरीवेटिव करांगे वाई कॉन्स्टेंट नहीं हैगा, वाई वेरिएबल है। ये पार्शियल डेरीवेटिव है, जो आप एम का डेरीवेटिव विद रिस्पेक्ट टू एक्स करांगे पार्शियल डेरीवेटिव, तो वाई नूं कॉन्स्टेंट मान के आप फिर उन्होंने डेरीवेटिव करना आप डेरीवेटिव दोनों केस इत्थे वाई कॉन्स्टेंट है, इत्थे वाई कॉन्स्टेंट नहीं है, ये फर्क है। ये उदा ही आ चीज आ इंटीग्रेशन इत्थे पाया आप dx ही है, इत्थे कली नहीं पाया है, पाया आप dx ही है, पर आप इत्थे लिखता कि ये वाई नूं कॉन्स्टेंट मान के इंटीग्रेशन की है, तो इनू आप कह सकते हैं कि ये पार्शियल इंटीग्रेशन, पार्शियल मतलब कला एक्स ही वेरिएबल है, वाई कॉन्स्टेंट है। ये टोटल इंटीग्रेशन है, कोई कॉन्स्टेंट नहीं है। ये मांगू ना जिन्हें डेरीवेटिव वाई वेरिएबल होता है, तो ये इंटीग्रेशन वाई वेरिएबल वाई कॉन्स्टेंट नहीं है, पर ये वाई कॉन्स्टेंट पाया तो कहेंगे पार्शियल इंटीग्रेशन। ये वर्ड फिर आप क्यों यूज कर रहे हैं, ये यूज कर रहे हैं, आप पढ़िया है डेरीवेटिव तो इंटीग्रेशन कैंसिल हो रहे आपस उमें। जे ये पार्शियल इंटीग्रेशन वाई कॉन्स्टेंट मतलब कि एक्स इंटीग्रेशन या पार्शियल इंटीग्रेशन, जे आप डिफरेंशिएट बोथ साइड पार्शियली विद रिस्पेक्ट टू एक्स करांगे, जे पार्शियल इंटीग्रेशन विद रिस्पेक्ट टू एक्स, जे पार्शियल डेरिवेटिव करांगे विद रिस्पेक्ट टू एक्स, मतलब ਇਹਦਾ y कांस्टेंट m dx करली f by करली x। ये पार्शियल इंटीग्रेशन की m दी विद रिस्पेक्ट टू x का मतलब ये कंफ्यूज नहीं होना कि वो करली नहीं पाया आपने, इतने d पाया, अंडरस्टूड है कि वाई कांस्टेंट पाया तो पार्शियल इंटीग्रेशन, ये पार्शियल इंटीग्रेशन एक्स ना हो रही है, तो पार्शियल डेरिवेटिव एक्स ना हो रहा है, डेरिवेटिव हो रहा है एक्स ना पार्शियल, पार्शियल इंटीग्रेशन एक्स ना हो रही है, तो डेरिवेटिव इंटीग्रेशन कैंसिल हो जाएगी, तो एम आऊगा इसलिए, तो ये आ जाएगा अपना एम। ये स्टेप ध्यान रखना, तो ये करली एफ बाय करली एक्स हो गया। ध्यान रखना कि इको जी इंटीग्रेशन के इको जे डेरिवेटिव वो कैंसिल होंगे आपस, मतलब ये इंटीग्रेशन किवें कर रहे हैं, टोटल इंटीग्रेशन, ये डेरिवेटिव टोटल कर रहे हैं, ये कैंसिल होंगे, कितना होगा आंसर एम होगा, टोटल डेरिवेटिव रिस्पेक्ट टू एक्स कर रहे हैं। जे इत्थे वाई कांस्टेंट मान के ते इहदा टोटल डेरिवेटिव कर रहे हैं, ये कैंसिल नहीं होंगे, ये पार्शियल इंटीग्रेशन का टोटल डेरिवेटिव है, ये कैंसिल नहीं होंगे, कैंसिल वो होंगे जो सेम सेम ने। जे पार्शियल इंटीग्रेशन आ पार्शियल डेरिवेटिव आ तां कैंसिल होगा जी। चलो ये अपना आ गया जी पहला कंसैप्ट ध्यान रखने ने, जे समझ के करोगे तो यह सौखा ही बन जाऊगा। इस तो बाद आपने फिर दोबारा डिफरेंशिएट बोथ साइड पार्शियली विद रिस्पेक्ट टू वाई करता, ये बनानी है वैल्यू, तो की आ गया करली एम बाय करली वाई इज इक्वल टू करली बाय करली वाई करली एफ बाय करली एक्स। इन लिख सकते हैं आप करली टू एफ बाय करली वाई करली एक्स, ये लिखता। इस तो बाद ये किसके बराबर है, ये नंबरिंग 2 पा लो। करली एम बाय करली वाई जो है वो करली एन बाय करली एक्स के बराबर है। इत्थे पाता अपने करली एन बाय करली एक्स यूजिंग सेकंड, यह आप वैल्यू भरती है। ये हुणी पिछे पढ़िया आपने कि इन्हों दोनों के फर्क की है, ये पिछे पढ़िया आपने ये एक्स नाल डेरिवेटिव होया पार्शियल पहला बाद चो वाई नाल होया,
ਇਹ ਪਹਿਲਾਂ y ਨਾਲ ਹੋਇਆ, ਬਾਅਦ ਚੋਂ x ਨਾਲ ਹੋਇਆ, ਫਰਕ ਕੋਈ ਨਹੀਂ ਪੈਂਦਾ, ਪਿੱਛੇ ਕਿਹਾ ਸੀ ਬਰਾਬਰ ਹੀ ਹੁੰਦੇ ਨੇ। ਤਾਂ ਇਹਨੂੰ ਆਪਾਂ ਅੱਗੇ ਪਿੱਛੇ ਕਰ ਲਿਆ, ਅੱਗੇ ਪਿੱਛੇ ਕਰਕੇ ਇਹ ਆ ਗਿਆ। ਮਤਲਬ ਕਰਲੀ x ਆਪਾਂ ਅੱਗੇ ਪਾਸੇ ਪਾ ਲਿਆ, ਅੱਗੇ ਲਿਆਉਂਦਾ। ਹੁਣ ਦੇਖੋ ਇਸ ਤੋਂ ਬਾਅਦ ਅੱਗੇ ਕੀਤਾ ਆਪਾਂ ਨੇ ਇੰਟੀਗ੍ਰੇਟ both side with respect to x keeping y constant। ਹੁਣ ਧਿਆਨ ਦਿਓ, y ਨੂੰ constant ਮੰਨ ਕੇ ਆਪਾਂ x ਦਾ ਇੰਟੀਗ੍ਰੇਸ਼ਨ ਕੀਤੀ ਹੈਗੀ ਹੈ। ਇਹਨੂੰ ਇਦਾਂ ਨਹੀਂ ਕਹਿਣਾ ਕਿ ਇਹ ਪਾਸਟ ਇੰਟੀਗ੍ਰੇਸ਼ਨ ਆ। ਇਹ ਪਾਸਟ ਇੰਟੀਗ੍ਰੇਸ਼ਨ ਵੈਸੇ ਮੈਂ ਵਰਡ ਯੂਜ਼ ਕੀਤਾ ਹੁੰਦਾ ਨਹੀਂ ਵਰਡ ਇਹ ਪਾਸਟ ਇੰਟੀਗ੍ਰੇਸ਼ਨ ਵੈਸੇ ਵਰਡ ਯੂਜ਼ ਕੀਤਾ ਹੈਗਾ, ਜਿਵੇਂ ਡੈਰੀਵੇਟਿਵ ਆ ਉਸ ਹਿਸਾਬ ਨਾਲ ਪਾਸਟ ਇੰਟੀਗ੍ਰੇਸ਼ਨ ਵਰਡ ਯੂਜ਼ ਕੀਤਾ, ਪਰ ਪਾਸਟ ਇੰਟੀਗ੍ਰੇਸ਼ਨ ਵਰਡ ਹੁੰਦਾ ਨਹੀਂ ਹੈ। ਇਹਨੂੰ ਲਿਖਣਾ ਨਹੀਂ ਹੈ ਕਿ ਇੰਟੀਗ੍ਰੇਟ ਬੋਥ ਸਾਈਡ ਪਾਸਟਲੀ ਵਿਦ ਰਿਸਪੈਕਟ ਟੂ x, ਇਦਾਂ ਨਹੀਂ ਪਾਉਣਾ ਹੈਗਾ। ਤਾਂ ਕਿਵੇਂ ਪਾਵਾਂਗੇ ਆਪਾਂ ਕਿ ਕੀਪਿੰਗ y ਕਾਂਸਟੈਂਟ ਰੱਖ ਕੇ ਇਹਦੀ ਇੰਟੀਗ੍ਰੇਸ਼ਨ ਕੀਤੀ। ਇੱਕ ਹਿਸਾਬ ਨਾਲ ਸਮਝਣ ਵਾਸਤੇ ਕਹਿ ਰਿਹਾ ਕਿ ਤੁਹਾਨੂੰ ਸੌਖਾ ਸਮਝ ਆ ਜੇ ਕਿ ਇਹ ਪਾਰਸ਼ਲ ਡੈਰੀਵੇਟਿਵ ਆ ਤੇ ਇੰਟੀਗ੍ਰੇਸ਼ਨ ਆਫ x ਨਾ ਕਰਾਂ। ਡੈਰੀਵੇਟਿਵ ਤੇ ਇੰਟੀਗ੍ਰੇਸ਼ਨ ਕੈਂਸਲ ਤਾਂ ਹੋਣਗੇ ਜੇ ਪਾਰਸ਼ਲ ਡੈਰੀਵੇਟਿਵ ਹੋਵੇ। ਮੈਂ ਵਰਡ ਯੂਜ਼ ਕਰ ਰਿਹਾ ਕਿ ਜੇ ਪਾਰਸ਼ਲ ਇੰਟੀਗ੍ਰੇਸ਼ਨ ਹੋਵੇ, ਵੈਸੇ ਪਾਰਸ਼ਲ ਇੰਟੀਗ੍ਰੇਸ਼ਨ ਵਰਡ ਨਹੀਂ ਹੁੰਦਾ, ਸਮਝਾਉਣ ਵਾਸਤੇ ਆ। ਜੇ ਇੱਕੋ ਜੇ ਹੋਣਗੇ ਤਾਂ ਕੈਂਸਲ ਕਰਨਗੇ। ਤਾਂ ਇੱਥੋਂ ਆ ਗਿਆ ਇਹ ਇਕੱਲਾ n ਬਚ ਗਿਆ, ਸਿੱਧੀ ਇੰਟੀਗ੍ਰੇਸ਼ਨ ਕਰਦੇ ਆ। ਜਾਂ ਮੈਂ ਲਿਖ ਦੇਣਾ ਸਮਝ ਆ ਜਾਊਗਾ, ਕਰਲੀ n ਬਾय ਕਰਲੀ x। ਇਹ 'ਚ ਕੀਤਾ ਆਪਾਂ ਨੇ y ਕਾਂਸਟੈਂਟ, ਤਾਂ ਜੋ ਆਪਾਂ ਲੱਗ ਜਾਏ ਪਤਾ ਕਿ ਇਹ ਪਾਰਸ਼ਲ ਡੈਰੀਵੇਟਿਵ ਹੈ, ਪਾਰਸ਼ਲ ਇੰਟੀਗ੍ਰੇਸ਼ਨ ਹੈ, ਉਹ ਕੈਂਸਲ ਹੋ ਜਾਏਗਾ। ਇਹ ਆ ਜਾਏਗਾ y ਕਾਂਸਟੈਂਟ, इधर आ गया करली टू एफ, इन्हें इदा पा रहे हैं करली टू एफ बाय करली एक्स करली वाई डी एक्स। इन्हें देखो ध्यान नाल किवें लिख रहे हैं आप, वाई कांस्टेंट इन्हों पा लिया आपने करली बाय करली एक्स करली एफ बाय करली वाई, कोई फर्क नहीं पैंदा, इको चीज होंदी है। एक ही लग गया पता आपन, रब कर लिया पहला। सो ये बाद चो आने आ देखो पहला ये की हो रहा है, एन का पार्शल डेरिवेटिव है पार्शल इंटीग्रेशन, ये कैंसल हो जाएगी जी, कला एन बच गया। इत्थे देखो जी ये इस फंक्शन का एक्स ना पार्शल डेरिवेटिव हो रहा है, एक्स ना पार्शल इंटीग्रेशन हो रही हैगी, इस करके कला ये फंक्शन आ जाएगा, ये कला फंक्शन आ गया। प्लस अगे काफी गल इंपॉर्टेंट आ, वो इंपॉर्टेंट गल क्या देखो, जो आप इंटीग्रेशन करनी होंगी है ना, कॉन्स्टेंट पाना होगा, एक पासे कॉन्स्टेंट पा दो काम सर जाता, एक पासे कॉन्स्टेंट पाता आपने। कला कॉन्स्टेंट कहना मतलब की होंगे कि सी आर्बिट्रेरी कॉन्स्टेंट है। आर्बिट्रेरी कॉन्स्टेंट क्या सी अपना सी की वैल्यू कितनी आऊगी, 1 आ सकती है, 2 आ सकती है, 3 4 कॉन्स्टेंट वैल्यू जिहड़ी मर्जी आ सकती है। ये स्टैप देखियो ध्यान रखो। पर हुण ये गल पता कि यह कॉन्स्टेंट दे विच इदां नहीं है कि कला 1 2 3 4 आऊगा, ये कॉन्स्टेंट दे विच वाई भी आ सकता, इदां वाई प्लस 1 आ सकता, जां वाई स्केयर प्लस 2 आ सकता, जां वाई प्लस वाई स्केयर आ सकता। हुण ये किवें आ, ये तां वेरीएबल लगी जांदा, आपां नूं कॉन्स्टेंट किद्दां मन्नी जांदे आ, ये मन आपां आप नहीं मन रहे है कॉन्स्टेंट। इत्थे स्पैशल मैंशन किया है कि वाई कॉन्स्टेंट लेना आपने, जे वाई कॉन्स्टेंट लेना है जो आप इंटीग्रेशन करते हैं कॉन्स्टेंट आऊगा, तो कॉन्स्टेंट किहड़ा आऊगा दस्सिया होना कि वाई की फॉर्म च आऊगा, कि वाई कॉन्स्टेंट बनया है। तो एक स्टैप ध्यान रखनी है कि उरे जो इंटीग्रेशन आऊगा सी नहीं पाना, आप उरे पावांगे कि फंक्शन ऑफ वाई है, जी आप कोई फंक्शन वाई, ये जी वाई का मतलब की होंगे, जी वाई का मतलब पहला पढ़िया है जी अपने कि ये वाई की फॉर्म च होगा, कोई भी वाई की फॉर्म च आ जाए, कुछ भी आ जाए,
ये कॉन्स्टेंट y की फॉर्म च क्यों ले रहा, क्योंकि आपको दिता है कि y कॉन्स्टेंट मान के इंटीग्रेशन की है तो कॉन्स्टेंट y की फॉर्म च लेना। ये स्टैप ध्यान रखना, जे समझ के करोगे तो बन जाएगा स्टैप जी। नाउ ध्यान दो, एम की सी अपने को पिछे लिखा सी आप, मैं दोबारा लिखना, एम सीगा अपने को करली एफ बाय करली एक्स, ये सीगा देयरफॉर एम डी एक्स प्लस एन डी वाई इक्वल टू, अपना मेन काम की हैगा कि इनू आप एग्जैक्ट शो करना। जो एम निकल गया, एम तो मन्ने ही सी अपने, ये निकल गया, चलो एन निकल गया, दोनों कट के वैल्यू आप पा देंगे। एग्जैक्ट कदों शो होगा जो किसी एक फंक्शन का आप डेरिवेटिव लिख सकते हैं। तो यही वैल्यू भरती आप एम की, एम हैगा अपने कोल करली एफ बाय करली एक्स डी एक्स, तो एन है करली एफ बाय करली वाई डी वाई, तो एन पहला भर ली सारी वैल्यू। ये एम भरया जी, एम की वैल्यू कितनी अपने को करली एफ बाय करली एक्स, तो एन की वैल्यू की है करली एफ बाय करली एक्स प्लस जी वाई, भर के नाल डी वाई आ गया, इनू आप मल्टीप्लाई करता करली एफ बाय करली एक्स डी एक्स, ए करली एफ बाय करली वाई डी वाई प्लस जी वाई डी वाई। और डी के करली च ध्यान रखना, डी कितने पाया करली कितने पाया, ये किता नहीं पिछे फॉर्मूला आप अपनी जो तुम क्या तुम नैक्सट सेमेस्टर में आऊगा, ये डी एफ हो गया, डेरीवेटिव ऑफ एफ। सारी गल पहुंच गई आप, पर एक चीज रह गई आप, मतलब इनू आप एग्जैक्ट शो करना। जे एग्जैक्ट शो करना हैगा, जे किसी एक फंक्शन का डेरीवेटिव लिख सकते तो एग्जैक्ट बनना, जे किसी एक फंक्शन का आप डेरीवेटिव लिख सकते हैं, पर यह डेरीवेटिव नाल ये चीज एक्सट्रा आ गई, अरे एग्जैक्ट नहीं बनी है। जो होर ध्यान दो, देयरफॉर जो आप लेट किया, ध्यान दियो जी, आपने जो ये फंक्शन हैगा जी वाई डी वाई, मतलब ये अपना आया सीगा एम डी एक्स प्लस एन डी वाई इज इक्वल टू डी एफ प्लस जी वाई डी वाई। ये फंक्शन अपने को आया है जी, ਇਹਦਾ मीनिंग देखो ध्यान ਨਾਲ, मीनिंग की है, y ਦਾ फंक्शन ਨਾਲ dy है, y ਦੇ फंक्शन ਦੇ ਨਾਲ dy ਪਿਆ है, ਇਹ ਦਿੱਤਾ ਹੋਇਆ ਆਪਾਂ ਨੂੰ y ਦੇ फंक्शन ਨਾਲ dy ਪਿਆ है। ਤਾਂ देखियो ध्यान ਨਾਲ कि ਜਦੋਂ ਆਪਾਂ कोई y ਦਾ फंक्शन ਲਈਏ, कोई y ਦਾ फंक्शन ਲੈ ਲਈ ਨਾਲ dy ਪਾ ਦਈਏ, ਇਹਨੂੰ ਆਪਾਂ ਹਮੇਸ਼ਾ ਕਿਸੇ ਇੱਕ ਫੰਕਸ਼ਨ ਦਾ ਡੈਰੀਵੇਟਿਵ ਲਿਖ ਸਕਦੇ ਹਾਂ। ਪ੍ਰੋਬਲਮ ਕਿਹਦੇ ਵਿੱਚ ਆਉਂਦੀ ਹੁੰਦੀ ਆ, ਜਦੋਂ x ਤੇ y ਇਕੱਠੇ ਪਏ ਹੋਣ, ਇੱਥੇ ਪ੍ਰੋਬਲਮ ਆਉਂਦੀ ਹੁੰਦੀ ਹੈ। ਜਿਵੇਂ x ਸਕੁਅਰ dx ਆ ਗਿਆ, x ਕਿਊਬ x ਸਕੁਅਰ y ਆ ਗਿਆ, dy x ਸਕੁਅਰ y dx ਆ ਗਿਆ। ਹੁਣ ਇਹ ਜੇ x y ਇਕੱਠੇ ਪਏ ਨੇ, ਇਹ 'ਚ ਪ੍ਰੋਬਲਮ ਆਊਗੀ। ਪਰ ਜੇ ਆਪਣੇ ਕੋਲ ਇੱਕੋ ਫੰਕਸ਼ਨ ਹੋਵੇ, ਇੱਕੋ ਵੇਰੀਏਬਲ ਹੋਵੇ, ਉਹਨੂੰ ਇੱਕ ਫੰਕਸ਼ਨ ਦਾ ਆਪਾਂ ਡੈਰੀਵੇਟਿਵ ਲਿਖ ਸਕਦੇ ਹਾਂ। ਧਿਆਨ ਦਿਓ, ਐਗਜ਼ਾਮਪਲ ਲੈ ਰਹੇ ਹਾਂ ਆਪਾਂ ਹੋਰ, ਜਿਵੇਂ ਮੰਨ ਲਓ ਸਾਈਨ y dy ਪਾ ਲਿਆ, ਸਾਈਨ y dy ਪਾ ਲਿਆ ਆਪਾਂ ਨੇ, ਇਹਨੂੰ ਲਿਖ ਸਕਦੇ ਹੈਗੇ ਆ ਕਿ ਇਹ cos y ਦਾ ਨੈਗੇਟਿਵ ਆਫ cos y ਦਾ ਡੈਰੀਵੇਟਿਵ, साइन वाई डी वाई ਨੂੰ ਆਪਾਂ ਨੈਗੇਟਿਵ ਆਫ cos y ਦਾ ਡੈਰੀਵੇਟਿਵ ਲਿਖ ਸਕਦੇ ਹਾਂ, ਕਿਉਂਕਿ cos ਦਾ ਡੈਰੀਵੇਟਿਵ ਜਿਹੜਾ ਹੈਗਾ ਆਪਣੇ ਕੋਲ ਮਾਈਨਸ ਸਾਈਨ ਮਾਈਨਸ ਪਲੱਸ ਹੋ ਜਾਏਗਾ ਤਾਂ ਆ ਜਾਏਗਾ। ਤਾਂ ਇੱਕ ਫੰਕਸ਼ਨ ਜੇ ਇੱਕ ਵੇਰੀਏਬਲ ਹੋਵੇ ਤਾਂ ਉਹਨੂੰ ਇੱਕ ਦਾ ਡੈਰੀਵੇਟਿਵ ਲਿਖ ਸਕਦੇ ਹਾਂ ਆਪਾਂ। ਇੱਕ ਐਗਜ਼ਾਮਪਲ ਆ ਲਈ, ਐਗਜ਼ਾਮਪਲ ਇਹ, ਇੱਕ ਐਗਜ਼ਾਮਪਲ ਹੋਰ ਲੈਣੀ ਹੈ, ਇਥੋਂ ਰਿਜ਼ਲਟ ਬਣਾਉਣਾ ਆਪਾਂ ਨੇ। ਜਿਵੇਂ ਮੰਨ ਲਓ y e ਦੀ ਪਾਵਰ y ਹੈ,
ਇਹਨੂੰ ਇਹ ਸਾਰਾ y ਇੱਕ ਵੇਰੀਏਬਲ ਦੀ ਫਾਰਮ 'ਚ, ਇਹਨੂੰ ਆਪਾਂ ਲਿਖ ਸਕਦੇ ਹਾਂ ਡੈਰੀਵੇਟਿਵ ਆਫ e ਦੀ ਪਾਵਰ y ਮਾਈਨਸ 1। ਇਹ ਡੈਰੀਵੇਟਿਵ ਕਰ ਲਿਓ ਪ੍ਰੋਡਕਟ ਰੂਲ ਲਾ ਕੇ ਜੀ, ਆਹੀ ਚੀਜ਼ ਬਣੇਗੀ। ਤਾਂ ਇਹ ਤਾਂ ਗੱਲ ਠੀਕ ਆ, ਚਲੋ ਇਹ ਜੇ ਇੱਕ ਵੇਰੀਏਬਲ ਹੋਵੇ ਤਾਂ ਉਹਨੂੰ ਆਪਾਂ ਡੈਰੀਵੇਟਿਵ ਫਾਰਮ 'ਚ ਲਿਖ ਸਕਦੇ ਹਾਂ, ਪਰ ਇਹ ਵਿੱਚ ਕੀ ਹੋਵੇ ਇਹ ਦੇਖਣਾ ਹੈ, ਗੌਰ ਕਰਨਾ ਆਪਾਂ। ਫਿਰ ਇਹ ਤਾਂ ਗੱਲ ਮੰਨ ਲੈਣਾ ਕਿ ਵੇਰੀਏਬਲ ਇੱਕ ਹੋਵੇ ਤਾਂ ਉਹਨੂੰ ਇੱਕ ਡੈਰੀਵੇਟਿਵ ਫਾਰਮ 'ਚ ਆਪਾਂ ਲਿਖ ਸਕਦੇ ਹਾਂ। ਜੇ ਵੇਰੀਏਬਲ ਇੱਕੋ ਡੈਰੀਵੇਟਿਵ ਫਾਰਮ 'ਚ ਆਪਾਂ ਲਿਖ ਸਕਦੇ ਹਾਂ, ਜੇ ਇੱਕੋ ਹੋਵੇ ਡੈਰੀਵੇਟਿਵ ਫਾਰਮ 'ਚ ਆਪਾਂ ਲਿਖ ਸਕਦੇ ਹਾਂ। ਤਾਂ ਇਹ ਗੱਲ ਇੰਪੋਰਟੈਂਟ ਆ ਕਿ ਵਿੱਚ ਕੀ ਆਊਗਾ, ਇੱਥੇ ਵਿੱਚ ਕੀ ਪਾ ਰਹੇ, ਇੱਥੇ ਕੀ ਪਾ ਰਹੇ ਆ, ਇੱਥੇ ਕੀ ਪਾ ਰਹੇ ਆ, ਇੱਥੇ ਕੀ ਪਾ ਰਹੇ ਆ। ਜੇ ਇਹਦਾ ਡੈਰੀਵੇਟਿਵ ਇਹ ਆ, ਇਹੀ ਕਹਿੰਦਾ ਡੈਰੀਵੇਟਿਵ ਦਿਸ ਇਕੁਅਲ ਦਿਸ, ਤਾਂ ਇਹਦੀ ਇੰਟੀਗ੍ਰੇਸ਼ਨ ਵਿੱਚ ਪਾ ਰਹੇ ਹਾਂ, ਉਲਟਾ ਹੁੰਦਾ। ਮਤਲਬ ਵਿੱਚ ਕੀ ਆ ਰਿਹਾ, ਦੇਖੋ y² dy ਜੋ ਹੈ ਉਹ ਕਿਹਦਾ ਡੈਰੀਵੇਟਿਵ ਹੋਊਗਾ, ਤੁਸੀਂ ਇਹਦੀ ਇੰਟੀਗ੍ਰੇਸ਼ਨ ਕਰ ਦਿਓ ਵਿਦ ਰਿਸਪੈਕਟ ਟੂ y, ਤਾਂ ਕਿੰਨਾ ਆ ਗਿਆ y³/2। ਜੋ ਆਪਾਂ ਇਹਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ y ਕਰਾਂਗੇ y³ ਸੌਰੀ, ਤਾਂ ਜੋ ਫੰਕਸ਼ਨ ਆ ਗਿਆ ਤਾਂ ਇਹਦਾ ਡੈਰੀਵੇਟਿਵ ਕਿਹੜਾ ਹੋਊਗਾ। ਹੁਣ ਇਹ ਡੈਰੀਵੇਟਿਵ ਕਿਹਦਾ ਹੈਗਾ, ਧਿਆਨ ਦਿਓ, df ਇਜ਼ ਇਕੁਅਲ ਟੂ, ਇਹਨੂੰ ਲਿਖ ਲਿਆ ਆਪਾਂ ਨੇ ਡੈਰੀਵੇਟਿਵ ਆਫ ਇੰਟੀਗ੍ਰੇਸ਼ਨ hy dy। ਇਹ ਗੱਲ ਸਮਝਣੀ ਆ, ਧਿਆਨ ਨਾਲ। ਹੁਣ ਇਹ ਤਾਂ ਪਤਾ ਲੱਗ ਗਿਆ ਆਪਾਂ ਨੂੰ ਕਿ ਕਿਸੇ ਦਾ ਡੈਰੀਵੇਟਿਵ ਹੋਊਗਾ, ਮਤਲਬ ਇਹ ਤਾਂ ਆਪਾਂ ਨੂੰ ਲੱਗ ਗਿਆ ਪਤਾ ਕਿ ਕਿਸੇ ਦਾ ਡੈਰੀਵੇਟਿਵ ਹੋਊਗਾ। ਇਹ ਥੋੜਾ ਠੀਕ ਕਰਨਾ, ਇਹਨੂੰ ਰਹਿਣ ਦੋ ਵਜੇ, ਚਲੋ ਸਮਝਾਉਣਾ ਇੱਥੇ। ਇਹ ਤਾਂ ਲੱਗ ਗਿਆ ਪਤਾ ਕਿਸੇ ਦਾ ਇੱਕ ਦਾ ਡੈਰੀਵੇਟਿਵ ਹੋਊਗਾ, ਇਹ ਡੈਰੀਵੇਟਿਵ। ਉਰੇ ਚੀਜ਼ ਕੀ ਪਾਈ ਹੈ ਵਿੱਚ ਆਪਣੇ, ਆਹ ਕਿੱਥੋਂ ਆਇਆ, ਇਹਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ y, ਤਾਂ ਹੀ ਇਹਦਾ ਡੈਰੀਵੇਟਿਵ ਬਣੇਗਾ। ਮਤਲਬ ਇਹ ਇੰਟੀਗ੍ਰੇਸ਼ਨ ਹੈ gy ਆਊਗਾ dy ਦੀ, ਮਤਲਬ ਇਹਦੀ ਹੀ ਆਪਾਂ ਇੰਟੀਗ੍ਰੇਸ਼ਨ ਲਵਾਂਗੇ। ਇੰਟੀਗ੍ਰੇਸ਼ਨ ਕੀਤੀ ਵਿਦ ਰਿਸਪੈਕਟ ਟੂ y, ਇਹਦੀ ਪਹਿਲਾਂ ਆਪਾਂ ਇੰਟੀਗ੍ਰੇਸ਼ਨ ਕੀਤੀ ਵਿਦ ਰਿਸਪੈਕਟ ਟੂ y। ਜੇ ਹੁਣ ਇਹਦਾ ਡੈਰੀਵੇਟਿਵ ਕਰਾਂਗੇ ਤਾਂ ਜੇ ਇਹਦੀ ਇੰਟੀਗ੍ਰੇਸ਼ਨ ਇਹ ਹੈ ਤਾਂ ਇਹਦਾ ਡੈਰੀਵੇਟਿਵ ਫਿਰ ਆ ਬਣ ਜਾਊਗਾ। ਇਹ ਗੱਲ ਸਮਝਣੀ ਆਪਾਂ ਨੇ, ਜਾਂ ਇਹ ਕਹ ਲਓ ਸਿੰਪਲ ਜੀ ਗੱਲ, ਜਾਂ ਲੰਬੀ ਗੱਲ ਲੈਣੀ ਕਿ ਡੈਰੀਵੇਟਿਵ ਦੀ ਇੰਟੀਗ੍ਰੇਸ਼ਨ ਆਪਸ ਵਿੱਚ ਕੈਂਸਲ ਹੋ ਜਾਣਗੇ। ਡੈਰੀਵੇਟਿਵ ਆ ਇੰਟੀਗ੍ਰੇਸ਼ਨ ਇਹ ਕੈਂਸਲ ਹੋ ਗਏ, ਕੱਲਾ gy/dy ਹੋ ਜਾਊਗਾ। ਤਾਂ ਕੀ ਮਤਲਬ ਬਣਿਆ ਸਾਰਾ ਓਵਰਆਲ, ਇਹਦੇ ਵਿੱਚੋਂ ਫਿਰ ਡੈਰੀਵੇਟਿਵ ਜਿਵੇਂ ਆ ਸੀਗਾ, ਇਹਦਾ ਮਤਲਬ ਕੀ ਹੈ, ਡੈਰੀਵੇਟਿਵ ਆਫ x ਪਲੱਸ y ਨੂੰ ਲਿਖ ਸਕਦੇ ਹਾਂ ਆਪਾਂ ਡੈਰੀਵੇਟਿਵ ਆਫ x ਪਲੱਸ ਡੈਰੀਵੇਟਿਵ y, ਕਿਉਂ ਪਲੱਸ ਵਾਸਤੇ ਆਪਾਂ ਡੈਰੀਵੇਟਿਵ ਇਕੱਲਾ ਕਰ ਸਕਦੇ ਹਾਂ। ਜੇ ਇੱਥੋਂ ਇਹ ਲਿਖ ਸਕਦੇ ਹਾਂ ਤਾਂ ਪੁੱਠਾ ਵੀ ਤਾਂ ਲਿਖ ਸਕਦੇ ਹਾਂ, ਮਤਲਬ ਡੈਰੀਵੇਟਿਵ ਕਾਮਨ ਕੱਢ ਲਓ, ਆ ਬਣ ਜਾਏਗਾ। ਤਾਂ ਡੈਰੀਵੇਟਿਵ ਤੇ ਡੈਰੀਵੇਟਿਵ ਕਾਮਨ ਕੱਢ ਲਿਆ, f ਪਲੱਸ ਇੰਟੀਗ੍ਰੇਸ਼ਨ gy/dy। ਆਪਾਂ ਇੱਥੇ ਪਹੁੰਚਣਾ ਸੀਗਾ ਜੀ। Therefore m dx plus n dy ਨੂੰ ਕੀ ਲਿਖਤਾ ਆਪਾਂ ਨੇ, ਡੈਰੀਵੇਟਿਵ ਆਫ f ਪਲੱਸ ਇੰਟੀਗ੍ਰੇਸ਼ਨ gy/dy। ਇਹ ਗੱਲ ਤੇ ਕਨਫਿਊਜ਼ ਨਹੀਂ ਹੋਣਾ ਕਿ ਡੈਰੀਵੇਟਿਵ ਚ ਅੰਦਰ ਕੀ ਆ ਰਿਹਾ, ਅੰਦਰ ਜੋ ਮਰਜ਼ੀ ਆਵੇ। ਜੇ ਕਿਸੇ ਇੱਕ ਫੰਕਸ਼ਨ ਦਾ ਆਪਾਂ ਡੈਰੀਵੇਟਿਵ ਲਿਖ ਸਕਦੇ ਹਾਂ ਕਿਸੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ, ਤਾਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕੀ ਕਹਾਂਗੇ ਆਪਾਂ, ਐਗਜ਼ੈਕਟ। Therefore m dx plus n dy equal to 0 ਕੀ ਹੋਊਗੀ, ਐਗਜ਼ੈਕਟ ਹੋਊਗੀ। ਇਹ ਆਪਣਾ ਥਿਓਰਮ ਸੀ ਸਾਰੇ ਜੀ। ਪਹਿਲੇ ਪਾਰਟਸ ਕੀ ਸੀ, ਨੈਸੈਸਰੀ ਵਿੱਚ ਐਗਜ਼ੈਕਟ ਗਿਵਨ ਸੀਗਾ ਤੇ ਕੀ ਸ਼ੋ ਕੀਤਾ ਸੀ ਆਪਾਂ ਨੇ, ਕਰਲੀ m by ਕਰਲੀ y ਕਰਲੀ n by ਕਰਲੀ x ਦੇ ਬਰਾਬਰ ਹੋ। ਪਹਿਲੇ ਪਾਰਟ 'ਚ ਇਹ ਸੀਗਾ ਤੇ ਦੂਜੇ ਪਾਰਟ 'ਚ ਕੀ ਹੈਗਾ ਆਪਣੇ ਕੋਲ, ਇਹ ਬਰਾਬਰ ਨੇ, ਸਫੀਸ਼ੀਐਂਟ ਕੰਡੀਸ਼ਨ ਇਹ ਬਰਾਬਰ ਲੈ ਕੇ ਆਪਾਂ ਕੀ ਸ਼ੋ ਕੀਤਾ ਕਿ ਐਗਜ਼ੈਕਟ ਹੋ। ਇਹ ਥਿਓਰਮ ਕਾਫੀ ਇੰਪੋਰਟੈਂਟ ਹੈ ਜੀ, ਇਹ ਥਿਓਰਮ ਪੜ੍ਹ ਲਿਓ, ਇਹ ਥਿਓਰਮ ਕੰਪਲੀਟ ਆ ਉਰੇ ਤੱਕ ਜੀ। ਬਸ ਇੱਕ ਛੋਟੀ ਜਿਹੀ ਗੱਲ ਹੋਰ ਦੱਸਣੀ ਹੈਗੀ ਹੈ। ਛੋਟੀ ਗੱਲ ਉਹ ਕੀ ਸੀ, ਚਲੋ ਐਗਜ਼ੈਕਟ ਤਾਂ ਤੁਹਾਨੂੰ ਲੱਗ ਜਾਣਾ ਪਤਾ ਕਿ ਜੇ ਕਰਲੀ m by ਕਰਲੀ y ਤੇ ਕਰਲੀ n by ਕਰਲੀ x ਬਰਾਬਰ ਹੋਣ ਤਾਂ ਐਗਜ਼ੈਕਟ ਹੋਊਗੀ, ਕਿਉਂਕਿ ਹੁਣੀ ਪ੍ਰੂਵ ਕੀਤਾ ਜੇ ਬਰਾਬਰ ਹੋਣਗੇ ਤਾਂ ਐਗਜ਼ੈਕਟ ਹੋਊਗੀ।
ਤਾਂ ਹੀ ਜੋ ਆਪਾਂ ਪਿਛਲੇ ਲੈਕਚਰ ਨੂਮੈਰੀਕਲ ਕੀਤੇ ਸੀਗੇ ਇਹਨੂੰ ਐਗਜ਼ੈਕਟ ਕਿਵੇਂ ਚੈੱਕ ਕੀਤਾ ਜੀ, ਬਸ ਇਹ ਦੋ ਕੱਢੇ ਸੀਗੇ, ਇਹ ਬਰਾਬਰ ਆ ਗਿਆ, ਆਪਾਂ ਸਿੱਧਾ ਐਗਜ਼ੈਕਟ ਕਰਤਾ ਸੀ। ਐਗਜ਼ੈਕਟ ਕਿਉਂ ਕਹਤਾ? ਬਿਕੋਜ਼ ਆਹ ਥਿਊਰਮ ਪ੍ਰੂਵ ਕੀਤੀ ਆ, ਜੇ ਇਹ ਬਰਾਬਰ ਹੋਣਗੇ ਤਾਂ ਪੱਕਾ ਐਗਜ਼ੈਕਟ ਹੋਊਗਾ। ਇਹ ਹੋ ਗਿਆ। ਹੁਣ ਆਪਾਂ ਨੇ ਜਦੋਂ ਨੂਮੈਰੀਕਲ ਕੀਤੇ ਸੀਗੇ ਤਾਂ ਇਹਦਾ ਸੋਲੂਸ਼ਨ ਕੱਢਿਆ ਸੀਗਾ। ਜਿਹੜਾ ਸੋਲੂਸ਼ਨ ਕੀ ਲਿਆ ਸੀ ਆਪਾਂ ਨੇ, y ਕਾਂਸਟੈਂਟ, ਜੇ ਧਿਆਨ ਚ ਹੋਵੇ y ਕਾਂਸਟੈਂਟ m dx ਇੰਟੀਗ੍ਰੇਸ਼ਨ ਦੇ ਵਿੱਚ ਟਰਮਸ ਆਫ n not containing x dy equal to c। ਆ ਕੀਤਾ ਸੀ ਆਪਾਂ ਫਾਰਮੂਲਾ। ਹੁਣ ਤੁਹਾਨੂੰ ਦੱਸਣਾ ਹੈਗਾ ਕਿ ਇਹ ਫਾਰਮੂਲਾ ਕਿੱਥੋਂ ਆਇਆ। ਇਹ ਇੰਪੋਰਟੈਂਟ ਨਹੀਂ ਕਿ ਫਾਰਮੂਲਾ, ਇਹ ਥਿਊਰਮ ਇੰਪੋਰਟੈਂਟ ਨਹੀਂ ਹੈਗੀ ਜੀ, ਇਹ ਫਾਰਮੂਲਾ ਕਿੱਥੋਂ ਆਇਆ। ਮੈਂ ਥਿਊਰਮ ਉਰੇ ਤੱਕ ਆ ਸੀਗੀ ਜਿਹੜੀ ਪਹਿਲੀ ਕਿਤੇ ਇੰਪੋਰਟੈਂਟ ਸੀਗੀ, ਇਹ ਸਮਝਾਉਣ ਵਾਸਤੇ ਦੱਸ ਰਿਹਾ ਕਿ ਕਈ ਬੱਚਿਆਂ ਮਨ 'ਚ ਇਹ ਹੋਊਗਾ ਕਿ ਇਹ ਫਾਰਮੂਲਾ ਕਿੱਦਾਂ ਬਣ ਗਿਆ। ਹੁਣ ਇਹ ਫਾਰਮੂਲਾ ਪ੍ਰੂਵ ਕਰਨ ਲੱਗਿਆ ਕਿ ਇੱਥੇ y ਕਾਂਸਟੈਂਟ ਲੈ ਕੇ ਆਪਾਂ ਇੰਟੀਗ੍ਰੇਸ਼ਨ ਕਿਉਂ ਕਰਦੇ ਆ, ਇੱਥੇ ਆਪਾਂ ਟਰਮਾਂ ਉਹ ਲੈਂਦੇ ਆ n ਦੀਆਂ ਜਿਹ 'ਚ x ਨਾ ਹੋਵੇ, ਇਹ ਕਿਉਂ ਕਰਦੇ ਆ ਉਹ ਦੇਖੋ ਧਿਆਨ ਨਾਲ। ਇਹ ਅਲੱਗ ਨੋਟ ਪਾ ਕੇ ਲਿਖ ਲਿਓ ਚਾਹੇ। ਆਪਾਂ ਨੇ ਇਹ ਪ੍ਰੂਵ ਕੀਤਾ ਹੈ, ਆਪਣੇ ਆ ਸੋਲਵ ਕਰਨੀ ਆ, ਆਪਣੇ ਕੁਐਸਚਨ ਬਣਨ, ਇਹਨੂੰ ਸੋਲਵ ਕਰੋ। ਇਹ ਕੀ ਮੰਨਿਆ ਆਪਾਂ ਨੇ? ਇਹਦਾ ਸੋਲੂਸ਼ਨ। ਇਹ ਸੋਲੂਸ਼ਨ ਸੀ ਆਪਣਾ। ਸੋਲਵ ਕਰਨ ਦਾ ਮਤਲਬ ਕੀ ਹੁੰਦਾ? ਆਪਾਂ ਨੇ ਡੈਰੀਵੇਟਿਵ ਖਤਮ ਕਰਨੀ ਹੈ, ਪਿੱਛੇ ਪੜ ਚੁੱਕੇ ਹਾਂ। ਤਾਂ ਇਹਨੂੰ ਹੁਣ ਆਪਾਂ ਪ੍ਰੂਵ ਕੀਤਾ ਹੈਗਾ, ਦੇਖੋ ਕਿਹਦੇ ਬਾਰੇ ਪ੍ਰੂਵ ਕੀਤਾ। ਇਹ ਪ੍ਰੂਵ ਕੀਤਾ ਆਪਾਂ ਨੇ ਡੈਰੀਵੇਟਿਵ f प्लस इंटीग्रेशन gy dy इक्वल्स टू 0। ਇਹਦੀ वैल्यू ਆਪਾਂ ने ये प्रूव की हुई है, ये तो ठीक है प्रूव की हुई है अपने। हुण ये डेरीवेटिव सारे ਇਹਦੀ ਆਪਾਂ की करते दोनों पासे इंटीग्रेट बोथ साइड। हुण समझना ध्यान है, मैं शॉर्ट फॉर्म दस रहा जी। मान लो dx इक्वल टू 0 आ सारा x मान लिया। जो आप इंटीग्रेशन करांगे दोनों पासे, डेरीवेटिव इंटीग्रेशन कैंसिल कर देने, पिछे कला फंक्शन आ रह जाऊगा, कला इंटीग्रेट बोथ साइड किया। जो ये इंटीग्रेशन की तो आह डी कट गया, अंदर सिर्फ आ रह गया। इधर 0 की इंटीग्रेशन कॉन्स्टेंट होती है, 0 की इंटीग्रेशन कॉन्स्टेंट होती है। चलो मतलब कि एच डेरीवेटिव ये इंटीग्रेशन है जी, डेरीवेटिव कोई नहीं है। जो डेरीवेटिव कोई नहीं है तो इनू कहांगे ये आंसर आ, ये आंसर आ गया, ये सोल्यूशन हो गया जी। हुण देखो आ की है, एफ किनू मन्निया सी आपां, पिछे देखो जिथे आपां ने सफिशिएंट पार्ट स्टार्ट किया, एफ मन्निया सी आपां ने जी इंटीग्रेशन एम डी एक्स वाई कॉन्स्टेंट, ये एफ की वैल्यू भरती। इन्हें सोल्यूशन किया अपने, ये एफ की वैल्यू भरती है अपन। आ गौर करो आ की है, मैं लिख रहा जी आ की है। जी वाई कितने लिया सी आपां एन, एन किवें आया सी अपना जिहड़ा सफिशिएंट पार्ट किया पिछों दे विच ही प्रूव किया सी। एन आया सी अपना करली एफ बाय करली वाई प्लस जी वाई, इदां आया सी अपना एन। तो ये जी वाई का मतलब की सीगा, ये जी वाई एन विचों ही है, मतलब एन की वैल्यू आने एक आ वैल्यू है, एक आ वैल्यू है एन की। ये ओवरऑल ये दोनों टर्म देखो गौर ना, टर्म तुहानूं दस्सिया पिछली बारी लास्ट लैक्चर में, जिथे प्लस पिया होवे जिवें आ प्लस पिया होया तो ये टर्मां दो कहांगे, मल्टीप्लाई च आपां टर्म इक्को काउंट करनी है। ये टर्मां दो नहीं आ गई, एक आ टर्म आ गई, एक आ टर्म आ गई एन दी, पर आपां दोनों टर्मां नहीं लईआं हैगीआं इत्थे एन दी, इक्को टर्म लई है कल्ली जी वाई, आ टर्म दा विच पाई नहीं हैगी। तो टर्म लई किहड़ी आपां ने जी वाई का मीनिंग की है, सिर्फ वो टर्म आने कला वाई है, जी वाई जी वाई किता आपां ने पिछे जी वाई मतलब कि वाई की फॉर्म च आऊगा आंसर। जाए कह लो कि टर्मां वो ने ये जिस एक्स नहीं है, ਜਾਂ कला वाई कह लो वेरीएबल वाई है ये, जाए कह लो वो टर्म आने ये वो टर्म आने एन दियां जिन्हां विच एक्स नहीं है, मतलब आप कहांगे कि जी वाई की हैगा ये वो टर्म्स ने टर्म्स ऑफ एन जिन्हां विच नॉट कंटेनिंग
x, जिन्ना च x नहीं है dy इक्वल टू c, ये सोल्यूशन ओवरऑल। ये आंसर से इस फॉर्म च कन्वर्ट कर लिया तो ओवरऑल यही आंसर है। समझाने वास्ते गल तो जो थ्योरम की काफ़ी इंपॉर्टेंट है, जो तैयार कर लिया थ्योरम। कोई प्रॉब्लम हो तो व्हाट्सएप पर पूछ लियो जी। थैंक यू।